मैं खुद बोल रहा हूं कि भाई आपको कानून में किस क्लॉज में क्या दिक्कत है बताइए। जो भी दिक्कत है वो आप बताइए। आप जी ने अपने संबोधन ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੂੰ ਇਹਨਾਂ ਕਾਨੂੰਨਾਂ ਦੇ ਵਿੱਚ ਪ੍ਰੋਬਲਮ ਕੀ ਹੈ, ਮੁਸ਼ਕਲ ਕੀ ਹੈ, ਸਮੱਸਿਆ ਕੀ ਹੈ। ਤੇ ਮੈਂ ਆਪ ਜੀ ਨੂੰ ਵੀ ਦੱਸਣਾ ਚਾਹੁੰਦਾ ਤੇ ਹੋਰ ਲੋਕ ਕਿਸਾਨ ਪਰਿਵਾਰਾਂ ਨੂੰ ਵੀ ਦੱਸਣਾ ਚਾਹੁੰਦਾ ਹੈ ਕਿ ਸਮਝਿਓ ਕਿ ਇਹਦੇ ਵਿੱਚ ਨੁਕਸ ਕੀ ਹੈ, ਇਹਦੇ ਵਿੱਚ ਪ੍ਰੋਬਲਮ ਕੀ ਹੈ ਕਾਨੂੰਨਾਂ 'ਚ। ਸਭ ਤੋਂ ਪਹਿਲੀ ਪ੍ਰੋਬਲਮ ਇਹ ਹੈ ਕਿ ਇਹਨਾਂ ਕਾਨੂੰਨਾਂ ਦੇ ਰਾਹੀਂ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤ ਸਰਕਾਰ ਵੱਲੋਂ। ਪਹਿਲਾ ਸਭ ਤੋਂ ਪਹਿਲਾ ਨੁਕਸ ਇਹ ਹੈ। ਦੂਸਰਾ ਨੁਕਸ ਇਹ ਹੈ ਇਹਦੇ ਵਿੱਚ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਮੰਡੀ ਬਣਾਉਣ ਦਾ ਯਤਨ ਕਰ ਰਹੇ ਹੋ। ਕਿਉਂ ਨਹੀਂ ਸਰਕਾਰੀ ਮੰਡੀ ਦੇ ਵਿੱਚ ਹੀ ਪ੍ਰਾਈਵੇਟ ਪਲੇਅਰ ਨੂੰ ਫਸਲ ਖਰੀਦਣ ਲਈ ਕਿਹਾ ਜਾਂਦਾ? ਬੜਾ ਚੰਗਾ ਹੁੰਦਾ ਇਹ ਪ੍ਰਾਈਵੇਟ ਮੰਡੀ ਬਰਾਬਰ ਮੰਡੀ ਬਣਾਉਣ ਦੀ ਬਜਾਏ, ਪੈਰਲਰ ਮੰਡੀ ਬਣਾਉਣ ਦੀ ਬਜਾਏ ਜੇ ਕਿਤੇ ਇਹ ਕੀਤਾ ਹੁੰਦਾ ਕਿ ਪ੍ਰਾਈਵੇਟ ਪਲੇਅਰ ਜਾ ਕੇ ਮੰਡੀ ਦੇ ਵਿੱਚੋਂ ਹੀ ਫਸਲ ਖਰੀਦਣ ਔਰ ਉਹ ਵੀ ਐਮਐਸਪੀ ਤੋਂ ਉੱਪਰ ਜਾ ਕੇ ਖਰੀਦਣ, ਘੱਟ ਨਾ ਖਰੀਦਣ। ਜਿਹੜਾ ਐਮਐਸਪੀ ਤੋਂ ਘੱਟ ਰੇਟ ਤੇ ਖਰੀਦੇ ਉਹਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਹੁੰਦੀ ਤਾਂ ਮੰਨ ਲੈਂਦੇ ਚੰਗਾ। ਤੁਸੀਂ ਉਹਨੂੰ ਪ੍ਰਾਈਵੇਟ ਮੰਡੀ ਦੇ ਕੇ ਕੀ ਕੀਤਾ ਹੈ? ਇਹ ਪ੍ਰਾਈਵੇਟ ਮੰਡੀ ਦੇ ਵਿੱਚੋਂ ਵਪਾਰੀ ਮਾਲ ਖਰੀਦੇਗਾ, ਕਿਸਾਨ ਨੂੰ 2 ਸਾਲ ਵਾਸਤੇ ਵੱਧ ਰੇਟ ਦੇਵੇਗਾ। ਇਹ ਪਤਾ ਸਾਨੂੰ, ਅਸੀਂ ਸਮਝਦੇ ਹਾਂ, ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਵੱਧ ਰੇਟ ਦੇਵੇਗਾ 2 ਸਾਲ ਲਈ। ਜਿਵੇਂ ਕਿ ਸਾਡੇ ਸਾਹਮਣੇ ਹੈ ਕਿ ਤੁਹਾਡੇ ਜੀਓ ਨੇ ਦੂਸਰੇ ਸਾਰੀਆਂ ਕੰਪਨੀਆਂ ਨੂੰ ਮਾਰਨ ਵਾਸਤੇ ਇੱਕ ਐਲਾਨ ਕੀਤਾ ਕਿ ਅਸੀਂ ਜੀਓ ਸਿਮ ਵੀ ਫ੍ਰੀ ਤੇ ਜੀਓ ਡਾਟਾ ਵੀ ਫ੍ਰੀ ਦੇਵਾਂਗੇ ਔਰ ਦਿੱਤਾ ਕੁਝ ਸਮਾਂ। ਲੇਕਿਨ ਜਿਸ ਵੇਲੇ ਦੂਸਰੀਆਂ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ, ਜਿਸ ਵੇਲੇ ਸੈਲਵਨ ਵਰਗੀਆਂ ਸਾਡੀਆਂ ਸਰਕਾਰੀ ਕੰਪਨੀਆਂ ਦਾ ਲੱਕ ਤੋੜ ਲਿਆ ਗਿਆ, ਉਸ ਵੇਲੇ ਰੇਟ ਸਮਾਨੀ ਚੜਿਆ। ਤਾਂ ਜਦੋਂ ਉਹਦਾ ਲੱਕ ਤੋੜਿਆ ਤੁਸੀਂ, ਸਾਡੀਆਂ ਕੰਪਨੀਆਂ ਨੇ, ਉਸੇ ਤਰ੍ਹਾਂ ਇਹਨਾਂ ਕੰਪਨੀਆਂ ਨੇ, ਪ੍ਰਾਈਵੇਟ ਪਲੇਅਰ ਨੇ ਆ ਕੇ ਸਾਡੀ ਸਰਕਾਰੀ ਮੰਡੀ ਦਾ ਲੱਕ ਤੋੜਨਾ ਹੈ। ਜਦੋਂ ਕਿਸਾਨਾਂ ਨੂੰ ਫਸਲ ਦਾ ਰੇਟ 2 ਸਾਲ ਲਈ ਵੱਧ ਦਿੱਤਾ ਗਿਆ ਤੇ ਅੰਦਰ ਬੈਠਾ ਵਪਾਰੀ ਦਾ ਢਾਂਚਾ, ਜਿਹੜਾ ਮੰਡੀ ਦਾ ਜਿੰਨਾ ਸਿਸਟਮ ਹੈ, ਸਾਰਾ 2 ਸਾਲ ਦੇ ਵਿੱਚ ਤਹਿਸ਼-ਨਹਿਸ਼ ਹੋ ਜਾਊਗਾ, ਬਰਬਾਦ ਹੋ ਜਾਊਗਾ। 1 ਨੰਬਰ 2 ਕਿ ਇਹ ਕੁਝ ਸਮੇਂ ਬਾਅਦ ਸਰਕਾਰਾਂ ਇਹ ਫੈਸਲੇ ਲੈ ਸਕਦੀਆਂ ਕਿ ਨਾ ਤਾਂ ਮੰਡੀ ਬੋਰਡ ਦੇ ਥਰੂ ਕੋਈ ਦਾਣਾ ਵਿਕਿਆ ਹੈ ਤੇ ਨਾ ਹੀ ਐਫਸੀਆਈ ਨੇ ਕੋਈ ਦਾਣਾ ਖਰੀਦਿਆ ਹੈ। ਕਿਸਾਨ ਸੈਟੀਸਫਾਈ ਨੇ, ਵੱਧ ਰੇਟ ਦੇ ਉੱਤੇ ਫਸਲਾਂ ਵੇਚ ਰਹੇ ਨੇ, ਕਿਸਾਨ ਖੁਸ਼ ਨੇ। ਉਸ ਗੱਲ ਨੂੰ ਮੁੱਖ ਰੱਖ ਕੇ ਇਹ ਦੋਨੇ ਹੀ ਅਦਾਰੇ ਸਰਕਾਰ ਖਤਮ ਕਰੇਗੀ ਤੇ ਜਦੋਂ ਇਹ ਅਦਾਰੇ ਖਤਮ ਹੋਏ ਉਸ ਵੇਲੇ ਫਿਰ ਪ੍ਰਾਈਵੇਟ ਲੋਕਾਂ ਦੀ, ਪ੍ਰਾਈਵੇਟ ਪਲੇਅਰ ਦੀ ਮਨ ਮਰਜ਼ੀ ਹੋਏਗੀ, ਉਹ ਆਪਣੀ ਮਰਜ਼ੀ ਦੇ ਰੇਟ ਦੇਗਾ। ਜਿਸ ਤਰ੍ਹਾਂ ਅੱਜ ਬਿਹਾਰ ਦੇ ਵਿੱਚ ਦਿੱਤਾ ਜਾ ਰਿਹਾ ਹੈ। ਸਾਡੇ ਬਿਹਾਰ ਦੇ ਕਿਸਾਨਾਂ ਦਾ ਜਿਹੜੀ ਫਸਲ ਹੈ ਉਹ ਲਗਭਗ 800-900 ਰੁਪਏ ਕੁਇੰਟਲ ਇਹੀ ਝੋਨਾ ਵਿਕ ਰਿਹਾ ਹੈ ਔਰ ਇਹੀ ਝੋਨਾ ਆ ਕੇ ਪੰਜਾਬ ਦੇ ਵਿੱਚ ਵੱਧ ਰੇਟ ਦੇ ਉੱਤੇ ਇਸ ਕਰਕੇ ਤੁਲਦਾ ਹੈ ਕਿਉਂਕਿ ਇੱਥੇ ਆ ਕੇ ਕਿਸਾਨ ਨੂੰ ਮਤਲਬ ਐਮਐਸਪੀ ਮਿਲਦੀ ਹੈ, ਸਰਕਾਰੀ ਰੇਟ ਮਿਲਦਾ, ਤਾਂ ਇੱਥੇ ਆ ਕੇ ਤੁਲਦਾ ਹੈ। ਇਹਨੂੰ ਤੁਸੀਂ ਖਤਮ ਕਰਨ ਵਾਸਤੇ ਪੈਰਲਰ ਮੰਡੀ ਬਣਾ ਰਹੇ ਹੋ। ਪੈਰਲਰ ਮੰਡੀ ਦੇ ਰਾਹੀਂ ਸਾਡੀ ਸਰਕਾਰੀ ਮੰਡੀ ਖਤਮ ਹੋਏਗੀ। ਦੂਸਰਾ ਵੱਡਾ ਨੁਕਸ ਇਹਦੇ 'ਚ ਇਹ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਜੇਕਰ ਪ੍ਰਾਈਵੇਟ ਵਪਾਰੀ, ਪ੍ਰਾਈਵੇਟ ਪਲੇਅਰ ਤੁਹਾਡੇ ਜਿਹੜਾ ਫਸਲ ਖਰੀਦਣ ਵਾਸਤੇ ਆਇਆ ਹੈ, ਅਗਰ ਉਹਦਾ ਤੇ ਕਿਸਾਨ ਦਾ ਡਿਸਪਿਊਟ ਬਣਦਾ ਹੈ ਤਾਂ ਕੋਰਟ ਨਹੀਂ ਜਾ ਸਕਦਾ। ਕਿਉਂ ਭਈ? ਕੋਰਟ ਜਾਣ ਦਾ ਰਸਤਾ ਕਿਉਂ ਬੰਦ ਕੀਤਾ ਗਿਆ? ਇਹ ਰਸਤਾ ਬੰਦ ਕਰਨ ਦੀ ਲੋੜ ਕੀ ਪੈ ਗਈ? ਜੇਕਰ ਤੁਸੀਂ ਚਾਹੁੰਦੇ ਸੀ ਨਾ ਕਿ ਕਿਸਾਨ ਨੂੰ ਛੇਤੀ ਨਿਆਂ ਮਿਲੇ, ਕਿਸਾਨ ਪਰੇਸ਼ਾਨ ਨਾ ਹੋਵੇ, ਤਾਂ ਮੇਰਾ ਖਿਆਲ ਹੈ ਤੁਸੀਂ ਹੋਰ ਵਿਵਸਥਾਵਾਂ ਕਰ ਸਕਦੇ ਸੀ। ਲੇਕਿਨ ਕੋਰਟ ਜਾਣ ਦਾ ਰਸਤਾ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਸੀ। ਕੋਰਟ ਜਾਣ ਦਾ ਰਸਤਾ ਬੰਦ ਕਰਨਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਬੂਤ ਹੈ ਕਿ ਦੇਸ਼ ਦੇ ਕਿਸਾਨਾਂ ਨੂੰ ਲੁੱਟਣ ਵਾਸਤੇ, ਲੁੱਟੇ ਜਾਣ ਵਾਸਤੇ ਪ੍ਰਾਈਵੇਟ ਪਲੇਅਰ ਦੇ ਹੱਥਾਂ ਦੇ ਵਿੱਚ ਦੇਣ ਦੀ ਸਰਕਾਰਾਂ ਦੀ ਇਹ ਇਸ ਕਾਨੂੰਨ ਦੇ ਰਾਹੀਂ ਨੀਤੀ ਹੈ ਔਰ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਲੁੱਟਿਆ ਜਾਣਾ श्रीमान जी। इस करके ये कानूनों को वापस लेना बनता है। वापस लो। हमने फाइलों के ढेर में फेंक दी गई स्वामीनाथन कमेटी की रिपोर्ट बाहर निकाला और इसकी सिफारिश से लागू की। किसानों को लागत का 1.5 गुना एमएसपी हमने दिया। तुसी कहा कि असी स्वामीनाथन रिपोर्ट लागू की है। बड़ा दुख होया है सुन के कि साडे देश का प्रधानमंत्री भी झूठ बोल लेंदा है। ये दुख होया है। तुसी आप याद करो प्रधानमंत्री जी, जिस वेले सुप्रीम कोर्ट दे विच, मानयोग सुप्रीम कोर्ट दे विच स्वामीनाथन की रिपोर्ट नूं लागू करवाउण लई एक केस चल रहा सी
ਤੇ ਤੁਹਾਡੀ ਸਰਕਾਰ ਨੇ 2015 ਦੇ ਵਿੱਚ ਫਰੋਲੋ ਆਪਦੇ ਕਾਗਜ਼ ਉਦੋਂ ਇੱਕ ਐਫੀਡੇਵਿਟ ਦਿੱਤਾ ਹੈ, ਜਿਸ ਐਫੀਡੇਵਿਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਗਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਤੀ ਤਾਂ ਬਾਜ਼ਾਰ ਦੇ ਵਿੱਚ ਅਫੜਾ ਤਫੜੀ ਦਾ ਮਾਹੌਲ ਬਣ ਜੂ, ਦੇਸ਼ ਦੇ ਅੰਦਰ ਉਥਲ ਪੁਥਲ ਮਚ ਜੂ। ਇਹ ਕਿਹਾ ਸੀ ਤੁਸੀਂ। ਤੇ ਜਿਹੜੀ ਲਾਗੂ ਕਰਨ ਦੀ ਤੁਸੀਂ ਗੱਲ ਕਰਦੇ ਹੋ, ਜੇ ਸੱਚੀਓ ਲਾਗੂ ਕਰਤੀ ਤਾਂ ਫਿਰ ਇੱਕ ਕੰਮ ਹੋਰ ਕਰ ਦਿਓ, ਜੇ ਲਾਗੂ ਕੀਤੀ ਹੈ ਤਾਂ ਸਾਨੂੰ ਵੀ ਯਕੀਨ ਆ ਜੂ, ਘੱਟੋ ਘੱਟ ਨੋਟੀਫਿਕੇਸ਼ਨ ਤੇ ਜਾਰੀ ਕਰ ਦਿਓ। ਅਗਰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓਗੇ ਤਾਂ ਸਾਰੇ ਦੇਸ਼ ਦਾ ਕਿਸਾਨ ਮੰਨ ਜੂਗਾ ਤੁਹਾਡੀ ਗੱਲ ਕਿ ਸੱਚੀ ਹੈ। ਤੇ ਜੇ ਨੋਟੀਫਿਕੇਸ਼ਨ ਹੀ ਜਾਰੀ ਹੁੰਦਾ ਤਾਂ ਫਿਰ ਤੁਸੀਂ ਆਪਣੇ ਆਪ ਸਮਝ ਲਓ ਕੀ ਹੈ ਗੱਲ, ਤੇ ਦੇਸ਼ ਦੇ ਲੋਕੋ ਤੁਸੀਂ ਵੀ ਸਮਝ ਲਿਓ कि प्रधानमंत्री जी इस गल दे विच कितनी सच्चाई है। स्वामीनाथन कमेटी की रिपोर्ट को लागू करने का काम हमारी ही सरकार ने किया। अगर हमें एमएसपी हटानी होती तो स्वामीनाथन कमेटी की रिपोर्ट लागू ही क्यों करते भाई? आपने भी नहीं की थी, हम भी नहीं करते। तो हमने तो ऐसा नहीं किया, हमने तो लागू की। दूसरा, ये हमारी सरकार एमएसपी को लेकर इतनी गंभीर है कि हर बार बुवाई से पहले एमएसपी की घोषणा कर। आप जी ने अपने संबोधन ਦੇ ਵਿੱਚ ਦੁਬਾਰਾ ਫਿਰ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਅਗਰ ਐਮਐਸਪੀ ਹਟਾਉਣੀ ਹੁੰਦੀ ਤਾਂ ਫਿਰ ਸਾਨੂੰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਕੀ ਲੋੜ ਸੀ। ਮੈਂ ਫਿਰ ਬੇਨਤੀ ਕਰਦਾ ਕਿ ਅਗਰ ਸੱਚਮੁੱਚ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰਨਾ ਬਣਦਾ ਹੈ। ਸਰਕਾਰ ਦਾ ਫਰਜ਼ ਬਣਦਾ ਕਿ ਨੋਟੀਫਿਕੇਸ਼ਨ ਜਾਰੀ ਕਰੇ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਮਐਸਪੀ ਅਗਰ ਹਟਾਉਣੀ ਹੁੰਦੀ ਤਾਂ ਕੀ ਲੋੜ ਪਈ ਸਾਨੂੰ, ਐਮਐਸਪੀ ਕਿਉਂ ਹਟਾਵਾਂਗੇ ਅਸੀਂ? ਸ਼੍ਰੀਮਾਨ ਜੀ, ਤੁਹਾਡੇ ਹੀ ਕੋਲ ਸ਼ਾਂਤਾ ਕੁਮਾਰ ਦੀ ਕਮੇਟੀ ਦੀ ਰਿਪੋਰਟ ਪਈ ਹੈ ਜਿਹਦੇ 'ਚ ਜ਼ੋਰ ਦੇ ਕੇ ਕਿਹਾ ਹੈ ਕਿ ਫਸਲਾਂ ਖਰੀਦਣ ਦੀ ਪਾਲਿਸੀ ਬੰਦ ਕਰੋ। ਤੁਹਾਡੇ ਕੋਲ ਸੀਪੀਸੀ ਦੀ ਰਿਪੋਰਟ ਪਈ ਹੈ ਤੇ ਤੁਹਾਡੇ ਮਾਨਯੋਗ ਗਡਕਰੀ ਜੀ ਦਾ ਬਿਆਨ ਪਿਆ ਹੈ ਜਿਹਦੇ 'ਚ ਇਹ ਕਹਿ ਰਹੇ ਨੇ ਕਿ ਐਮਐਸਪੀ ਸਾਡੇ ਅਰਥ ਵਿਵਸਥਾ ਤੇ ਸਾਡੇ ਆਰਥਿਕ ਢਾਂਚੇ ਤੇ ਸਾਡੇ ਖਜ਼ਾਨੇ ਤੇ ਬਹੁਤ ਵੱਡਾ ਬੋਝ ਹੈ। ਐਮਐਸਪੀ ਤੋਂ ਘੱਟ ਰੇਟ ਦੇ ਉੱਤੇ ਸਾਨੂੰ ਸਾਡੀਆਂ ਫਸਲਾਂ ਦੇਸ਼ ਦੇ ਅੰਦਰੋਂ ਤੇ ਬਾਹਰ ਤੋਂ ਅਨਾਜ ਮਿਲ ਰਿਹਾ ਤੇ ਮਿਲ ਸਕਦਾ ਹੈ। ਇਹਦਾ ਕੀ ਰਿਜ਼ਲਟ ਕੱਢੀਏ, ਤੁਸੀਂ ਕੀ ਕਰਦੇ ਹੋ, ਤੁਹਾਡੀ ਸੋਚ ਦਾ ਤੁਹਾਨੂੰ ਪਤਾ ਹੈ। ਲੇਕਿਨ ਅਸੀਂ ਮੰਨਦੇ ਹਾਂ ਕਿ ਸਰਕਾਰ ਹਰ ਹੀਲੇ ਐਮਐਸਪੀ ਤੋਂ ਭੱਜਣਾ ਚਾਹੁੰਦੀ ਹੈ ਔਰ ਭੱਜਣ ਲਈ ਇਹ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈ। ਔਰ ਇਸੇ ਵਾਸਤੇ ਇਹ ਕਾਨੂੰਨ ਲੈ ਕੇ ਆਂਦੇ ਨੇ ਤਾਂ ਕਿ ਕਿਸਾਨਾਂ ਨੂੰ 2 ਸਾਲ ਲਈ ਰੇਟ ਵੱਧ ਦੇ ਕੇ ਉਸ ਤੋਂ ਬਾਅਦ ਕਿਸਾਨ ਆਪਣੇ ਘਰ ਦੇ ਵਿੱਚ ਜਦੋਂ ਵੱਧ ਰੇਟ ਲੈਣਗੇ ਪਰ ਪ੍ਰਾਈਵੇਟ ਕੰਪਨੀਆਂ ਦੇ ਰਾਹੀਂ ਤਾਂ ਫਿਰ ਅਸੀਂ ਕਿਸਾਨਾਂ ਤੋਂ ਕਹਾ ਲਾਂਗੇ ਕਿ ਇਸ ਵੇਲੇ ਫਿਰ ਐਫਸੀਆਈ ਦੀ ਤਾਂ ਲੋੜ ਨਹੀਂ ਕਿਸਾਨੋ ਤੁਹਾਨੂੰ, ਤੇ ਕਿਸਾਨ ਭੋਲਾ ਕਹੇਗਾ ਕਿ ਕੋਈ ਲੋੜ ਨਹੀਂ ਇਹਨਾਂ ਚੀਜ਼ਾਂ ਦੀ ਸਾਨੂੰ, ਤੇ ਤੁਸੀਂ ਫਿਰ ਇਹ ਐਫਸੀਆਈ ਤੋੜੋਗੇ। ਜਿਹੜੀ ਤੁਸੀਂ ਐਮਐਸਪੀ ਦੀ ਗੱਲ ਕਰਦੇ ਹੋ ਕਿ ਐਮਐਸਪੀ ਦੇ ਰਹੇ ਹਾਂ, ਐਮਐਸਪੀ ਬਹੁਤ ਫਸਲਾਂ ਤੇ ਦਿੱਤੀ ਹੈ, ਪਰ ਮੈਂ ਬੇਨਤੀ ਕਰਕੇ ਪੁੱਛਣਾ ਚਾਹੁੰਦਾ ਮਾਨਯੋਗ ਪ੍ਰਧਾਨ ਮੰਤਰੀ ਜੀ, ਖਰੀਦਦੇ ਕਿੰਨੀ ਹੋ? ਕੀ ਖਰੀਦੀ ਜਾਂਦੀ ਹੈ? ਮੱਕੀ ਤੇ ਐਮਐਸਪੀ ਦਾ ਰੇਟ ਹੈ 1840 ਰੁਪਏ ਤੇ ਕਿਸਾਨ ਵਿਚਾਰਾ ਵੇਚਣ ਲਈ ਮਜਬੂਰ ਹੋਇਆ 600 ਤੋਂ ਲੈ ਕੇ 1100 ਰੁਪਏ ਪ੍ਰਤੀ ਕੁਇੰਟਲ ਤੱਕ। ਕਿਉਂ? ਐਮਐਸਪੀ ਨੇ ਦਿੱਤਾ ਕੁਛ? ਐਮਐਸਪੀ ਤੈਅ ਕਰਦੇ ਜਾਓਗੇ ਕੋਈ ਫਰਕ ਨਹੀਂ ਪੈਣਾ, ਲੇਕਿਨ ਐਮਐਸਸੀ ਕੀ ਮੰਗ ਕਰਦੇ ਆ? ਅਸੀਂ ਇਹ ਮੰਗ ਕਰਦੇ ਆ ਕਿ ਐਮਐਸਪੀ ਤੈਅ ਹੋਵੇ, ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣੇ ਤੇ ਐਮਐਸਪੀ ਦੇ ਉੱਤੇ ਖਰੀਦਣ ਦਾ ਵੀ ਗਰੰਟੀ ਦਾ ਕਾਨੂੰਨ ਬਣੇ। ਅਸੀਂ ਇਹ ਮੰਗ ਕਰਦੇ ਆ ਤਾਂ ਕਿ ਸਾਡੇ ਕਿਸਾਨਾਂ ਦੀ ਫਸਲ ਵਿਕੇ। ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਦਾਲਾਂ ਖਰੀਦੀਆਂ, ਤੁਸੀਂ ਬਾਰ-ਬਾਰ ਕਹਿ ਰਹੇ ਹੋ ਕਿ ਅਸੀਂ ਹੋਰ ਬਹੁਤ ਕੁਝ ਖਰੀਦ ਰਹੇ ਹਾਂ, ਐਮਐਸਪੀ ਤੇ ਖਰੀਦ ਰਹੇ ਹਾਂ। ਇਮਾਨਦਾਰੀ ਨਾਲ ਦੱਸੋ ਕਿ ਸਾਰੇ ਕਿਸਾਨਾਂ ਦੀਆਂ ਦਾਲਾਂ ਐਮਐਸਪੀ ਤੇ ਖਰੀਦੀਆਂ ਜਾ ਰਹੀਆਂ? ਤੁਸੀਂ ਕਿਹਾ ਕਿ ਅਸੀਂ ਮੂੰਗੀ ਦਾ ਰੇਟ 5100 ਰੁਪਏ ਕਰਤਾ ਪ੍ਰਤੀ ਕੁਇੰਟਲ, ਪਰ ਕਿਸਾਨ ਦੀ ਜਿਸ ਵੇਲੇ ਪੈਦਾ ਹੁੰਦੀ ਹੈ, ਅਸੀਂ ਪੰਜਾਬ ਦੀ ਕਹਾਣੀ ਦੱਸਦੇ ਹਾਂ ਕਿ ਪੰਜਾਬ ਦਾ ਕਿਸਾਨ ਲਗਭਗ 4000 ਤੋਂ ਥੱਲੇ ਆਪਦੀ ਮੂੰਗੀ ਵੇਚਣ ਲਈ ਮਜਬੂਰ ਹੁੰਦਾ, ਇਸ ਭਾਅ ਤੇ ਵਿਕਦੀ ਹੈ। ਉਸ ਵੇਲੇ ਤੁਹਾਡੀ ਸਰਕਾਰੀ ਖਰੀਦ ਕਿੱਥੇ ਗਈ ਹੁੰਦੀ ਹੈ? ਅਸੀਂ ਮੰਗ ਕਰਦੇ ਹਾਂ ਜੇਕਰ ਕੋਈ ਵਪਾਰੀ ਐਮਐਸਪੀ ਤੈਅਸ਼ੁਦਾ ਐਮਐਸਪੀ ਤੋਂ ਘੱਟ ਰੇਟ ਤੇ ਸਾਡੀ ਫਸਲ ਖਰੀਦੇ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਕਾਨੂੰਨ ਬਣੇ। ਅਸੀਂ ਇਹ ਮੰਗ ਰਹੇ ਹਾਂ ਮੋਦੀ ਜੀ, ਲੇਕਿਨ ਤੁਸੀਂ ਸਾਨੂੰ ਕੀ ਕਹਿ ਰਹੇ ਹੋ? ਲਓ ਜੀ ਅਸੀਂ ਗਰੰਟੀ ਦਿੰਨੇ ਤੁਹਾਡੀ ਐਮਐਸਪੀ ਰਹੇਗੀ। ਅਸੀਂ ਇਹ ਨਹੀਂ ਮੰਗਦੇ, ਅਸੀਂ ਇਹ ਮੰਗਦੇ ਹਾਂ ਕਿ ਗਰੰਟੀ ਵੀ ਹੋਵੇ ਕਿ ਐਮਐਸਪੀ ਤੋਂ ਘੱਟ ਰੇਟ ਤੇ ਕੋਈ ਸਾਡੀ ਫਸਲ ਖਰੀਦ ਨਾ ਸਕੇ। ਕਾਨੂੰਨ ਬਣਾਉਣ 'ਚ ਕੀ ਇਤਰਾਜ਼ ਹੈ? सरकार कानून बनाने तो क्यों भज रही है, सानू ये समझ नहीं आ रही। कृषि सुधारों से जुड़ा एक और झूठ फैलाया जा रहा है।
एपीएमसी यानी हमारी मंडियों को लेकर के हमने कानून में क्या किया है? हमने कानून में किसानों को आजादी दी है, नया विकल्प दिया है। मानयोग प्रधानमंत्री जी, आप जी ने एपीएमसी मंडी बारे कहा है कि मैं चाहना है कि मेरे देश के लोगों ਨੂੰ, मेरे देश के किसानों ਨੂੰ ਦੂਰਾ फायदा ਹੋਵੇ, ਦੂਰਾ ਮੌਕਾ ਮਿਲੇ ਆਪਦੀ ਫਸਲ ਨੂੰ ਵੱਖ-ਵੱਖ ਥਾਵਾਂ ਦੇ ਵੇਚਣ ਦਾ। ਕਿਸਾਨ ਕਿਉਂ ਵੱਜ ਕੇ ਇੱਕੋ ਥਾਂ ਤੇ ਫਸਲ ਵੇਚੇ, ਤੁਸੀਂ ਇਹ ਕਿਹਾ ਹੈ। ਪਰ ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਆਪ ਜੀ ਨੂੰ ਇਹ ਹੱਥ ਜੋੜ ਕੇ ਨਿਵੇਦਨ ਕਰਦਾ ਕਿ ਸਰਕਾਰੀ ਮੰਡੀ ਦੇ ਵਿੱਚ ਹੀ ਕਿਉਂ ਨਹੀਂ ਵਪਾਰੀ ਖਰੀਦ ਸਕਦਾ। ਕਿਸਾਨ ਜੇ ਜਾਵੇ ਬਾਹਰ ਵੇਚਣ ਵਾਸਤੇ ਤੇ ਤੁਸੀਂ ਵਪਾਰੀ ਨੂੰ ਕਿਉਂ ਨਹੀਂ ਕਹਿੰਦੇ ਕਿ ਵੀ ਤੂੰ ਸਰਕਾਰੀ ਮੰਡੀ 'ਚ ਜਾ ਜਿਹੜੀ ਚੱਲ ਰਹੀ ਹੈ। ਤਾਂ ਸਾਡੀ ਭਾਵਨਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਫਸਲ ਵਿਕੇ, ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਹੀ ਸਾਡੀ ਫਸਲ ਤੁਲੇ, ਉੱਥੇ ਸਾਡਾ ਰਿਕਾਰਡ ਬਣੇ ਕਿ ਇੱਥੋਂ ਫਸਲ ਕਿਹਨੇ ਖਰੀਦੀ ਹੈ, ਕੌਣ ਰੋਕਦਾ ਉੱਥੋਂ ਵਪਾਰੀ ਨੂੰ ਖਰੀਦਣ ਤੋਂ, ਕਿਹਨੇ ਰੋਕਿਆ ਕਦੇ ਵਪਾਰੀ ਨੂੰ ਖਰੀਦਣ ਤੋਂ। ਇਹ ਬਹੁਤ ਚਿਰ ਤੋਂ ਇਹ ਵਿਵਸਥਾ ਚੱਲੀ ਆ ਰਹੀ ਹੈ। ਅੱਜ ਕੀ ਲੋੜ ਪੈ ਗਈ ਇਹ ਨਵਾਂ ਕਰਕੇ ਦੇਣ ਦੀ ਕਿ ਨਹੀਂ ਬਾਹਰ ਖਰੀਦੇ। ਬਾਹਰ ਖਰੀਦਣ ਦੇ ਵਾਸਤੇ ਜਿਹੜੀ ਤੁਸੀਂ ਨਵੀਂ ਨੀਤੀ ਲੈ ਕੇ ਆ ਰਹੇ ਹੋ, ਇਹ ਬੜੀ ਕਲੀਅਰ ਤੇ ਸਪਸ਼ਟ ਹੈ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਤੁਸੀਂ ਸਰਕਾਰੀ ਮੰਡੀ ਦੇ ਪੈਰਲਰ ਪ੍ਰਾਈਵੇਟ ਮੰਡੀ ਸਿਰਫ ਇਸ ਵਾਸਤੇ ਲਿਆ ਰਹੇ ਹੋ ਕਿ ਹੌਲੀ ਹੌਲੀ ਕਿਸਾਨਾਂ ਨੂੰ ਦੂਸਰੇ ਸਿਸਟਮਾਂ ਦੀ ਤਰ੍ਹਾਂ ਜਿਵੇਂ ਜੀਓ ਨੇ ਸੈਲਵਨ ਮਾਰਿਆ, ਜਿਵੇਂ ਪ੍ਰਾਈਵੇਟ ਹਸਪੀਟਲ ਨੇ ਸਰਕਾਰੀ ਹਸਪੀਟਲ ਮਾਰੇ, ਜਿਵੇਂ ਪ੍ਰਾਈਵੇਟ ਸਕੂਲਾਂ ਨੇ ਸਰਕਾਰੀ ਸਕੂਲ ਮਾਰੇ, ਜਿਵੇਂ ਪ੍ਰਾਈਵੇਟ ਟਰਾਂਸਪੋਰਟ ਨੇ ਸਰਕਾਰੀ ਟਰਾਂਸਪੋਰਟ ਦਾ ਬੇੜਾ ਗਰਕ ਕੀਤਾ, ਇਸੇ ਤਰ੍ਹਾਂ ਤੁਸੀਂ ਸਾਡਾ ਮੰਡੀ ਦਾ ਢਾਂਚਾ ਖਤਮ ਕਰਵਾਉਣਾ ਚਾਹੁੰਦੇ ਹੋ। ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ, ਕਿਰਪਾ ਕਰੋ। ਬਹੁਤ ਵਧੀਆ। ਅੱਜ ਕਰਨਾ ਕੀ ਬਣਦਾ ਪ੍ਰਧਾਨ ਮੰਤਰੀ ਜੀ, ਧਿਆਨ ਦਿਓ ਕਰਨਾ ਕੀ ਬਣਦਾ ਹੈ। ਪੰਜਾਬ ਇੱਕ ਕੱਲੀ ਮੰਡੀ ਹੈ ਹਿੰਦੁਸਤਾਨ ਦੇ ਨਹੀਂ ਵਰਲਡ ਦੇ ਵਿੱਚ, ਜਿਹੜੀ ਇਸ ਗੱਲ ਤੇ ਮੰਨੀ ਜਾਂਦੀ ਹੈ ਕਿ ਬਾਹਰਲੇ ਸਟੇਟਾਂ ਸਾਰੀਆਂ ਨਾਲੋਂ ਵਧੀਆ ਜੇ ਪ੍ਰਬੰਧ ਹੈ ਤਾਂ ਪੰਜਾਬ ਦੀਆਂ ਮੰਡੀਆਂ 'ਚ ਹੈ। ਤੁਸੀਂ ਯਾਦ ਕਰੋ, ਸਾਨੂੰ ਛੇੜਨ ਦੀ ਬਜਾਏ, ਸਾਡੀ ਮੰਡੀ ਤੋੜਨ ਦੀ ਬਜਾਏ ਸਾਨੂੰ ਨਾ ਛੇੜੋ। ਕਿਤੇ ਕਿਰਪਾ ਕਰਕੇ ਉਹ ਵਿਚਾਰੇ ਬਿਹਾਰ ਵਾਲੇ ਜਿਹੜੇ 700 ਨੂੰ 800 ਨੂੰ ਝੋਨਾ ਵੇਚਣ ਲਈ ਮਜਬੂਰ ਹੈ, ਇੱਕ ਵਾਰੀ ਉਹਨਾਂ ਨੂੰ ਪ੍ਰੋਗਰੈਸ ਦੇ ਦਿਓ, ਇਹ ਉਹਨਾਂ ਦਾ ਵਿਕਾਸ ਕਰ ਲਿਓ, ਫਿਰ ਅਸੀਂ ਆਪਣੇ ਆਪ ਮੰਗ ਲਾਂਗੇ ਵੀ ਸਾਨੂੰ ਵੀ ਦੇ ਦਿਓ। ਇਹ ਸਾਡਾ ਢਾਂਚਾ ਤੋੜ ਕੇ ਬਿਹਾਰ ਵਾਲਾ ਕਰਨ ਲੱਗੇ ਹੋ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੇਸ਼ ਦੇ ਕਿਸਾਨ ਨੂੰ ਆਪਾਂ ਮਾਰਨਾ ਚਾਹੁੰਦੇ ਹਾਂ। ਤਾਂ ਮੇਰੇ ਵੀਰੋ, ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਮੈਂ ਇਹ ਵੀ ਬੇਨਤੀ ਕਰੂੰਗਾ, ਸਾਡੇ ਆਮ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀ ਮੈਂ ਇਹ ਗੱਲ ਦੱਸ ਰਿਹਾ ਹਾਂ, ਕਿਰਪਾ ਕਰਕੇ ਇਹਦੇ ਤੇ ਤੁਸੀਂ ਆਪਦੇ ਕਮੈਂਟ ਕਰਕੇ ਜ਼ਰੂਰ ਦੱਸਣ ਦਾ ਯਤਨ ਕਰਿਓ ਕਿ ਕੀ ਅਸੀਂ ਗਲਤ ਲੜਾਈ ਲੜ ਰਹੇ ਹਾਂ ਜਾਂ ਸਾਡੀ ਮੰਗ ਜਾਇਜ਼ ਹੈ।